परम सत्कारयोग साध संगत जी, रसना पवित्र कर लईए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, गुरबाणी विच आंदा है बसंत महला पंजवां अंग 1192 विच, जयदेव त्याग्यो अहमेव तथा बदत जयदेव को रम्या ब्रह्म निर्वाण लिवलीन पाया। साध संगत जी, अज असी जयदेव भगत जयदेव की कथा का आनंद माणांगे। जयदेव त्याग्यो अहमेव, ਇਹਦੇ ਪਿੱਛੇ जो साखी है ਉਹ ਅਸੀਂ ਸਰਵਣ ਕਰਾਂਗੇ। भगत जयदेव जी का जन्म अज तो कोई 500 ਵਰ੍ਹਾ ਪਹਿਲੋਂ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਕੇਂਦੁਲੀ ਪਿੰਡ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਭੋਜਦੇਵ ਅਤੇ ਮਾਤਾ ਦਾ ਨਾਮ ਵਾਮਾ ਦੇਵੀ ਸੀ। ਭੋਜਦੇਵ ਜੀ ਕਨੌਜ ਤੋਂ ਬੰਗਾਲ ਵਿੱਚ ਆਏ ਹੋਏ ਪੰਜ ਬ੍ਰਾਹਮਣਾਂ ਵਿੱਚੋਂ ਭਾਰਦਵਾਜ ਗੋਤਰ ਵਿੱਚੋਂ ਸ਼੍ਰੀ ਹਰਸ ਦੇ ਕੁਲ ਵਿੱਚੋਂ ਸਨ। ਬਾਲ ਉਮਰਾਂ ਵਿੱਚ ਹੀ ਜੈਦੇਵ ਨੂੰ ਅਨਾਥ ਛੱਡ ਕੇ ਮਾਤਾ ਪਿਤਾ ਪ੍ਰਲੋਕ ਵਾਸ ਕਰ ਗਏ ਸਨ। ਇਹਨਾਂ ਦੇ ਪੂਰਬਲੇ ਸੰਸਕਾਰ ਚੰਗੇ ਸਨ, ਇਸ ਲਈ ਅਨਾਥ ਅਵਸਥਾ ਵਿੱਚ ਕਸ਼ਟ ਸਹਿ ਕੇ ਵੀ ਬਹੁਤ ਚੰਗੀ ਵਿਦਿਆ ਪੜ੍ਹ ਲਈ ਸੀ ਅਤੇ ਸਰਲ ਪ੍ਰੇਮ ਦੇ ਪ੍ਰਭਾਵ ਕਰਕੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਪਰਮ ਕਿਰਪਾ ਦੇ ਅਧਿਕਾਰੀ ਹੋ ਗਏ ਸਨ। ਇਹਨਾਂ ਦੇ ਪਿਤਾ ਨੇ ਇੱਕ ਨਿਰੰਜਨ ਨਾਮ ਦੇ ਬ੍ਰਾਹਮਣ ਦੇ ਕੁਝ ਰੁਪਏ ਦੇਣੇ ਸਨ। ਨਿਰੰਜਨ ਨੇ ਜੈਦੇਵ ਨੂੰ ਸੰਸਾਰ ਤੋਂ ਉਦਾਸੀਨ ਤੇ ਸਿੱਧਾ ਸਾਦਾ ਜਾਣ ਕੇ ਉਸ ਦੀ ਭਗਵਤ ਭਗਤੀ ਤੋਂ ਅਨੁਚਿਤ ਨਫਾ ਖੱਟਣ ਦੇ ਖਿਆਲ ਨਾਲ ਇਹਨਾਂ ਦੇ ਕਾਰੋਬਾਰ ਨੂੰ ਕਾਬੂ ਕਰਨ ਦਾ ਪੱਕਾ ਇਰਾਦਾ ਕਰ ਲਿਆ। ਉਸਨੇ ਇੱਕ ਝੂਠੀ ਮੁੱਠੀ ਜਿਹੀ ਦਸਤਾਵੇਜ਼ ਬਣਾਈ ਅਤੇ ਆ ਕੇ ਜੈਦੇਵ ਨੂੰ ਕਿਹਾ, ਵੇਖੋ ਜੈਦੇਵ, ਮੈਂ ਤੇਰੇ ਰਾਧਾ ਕ੍ਰਿਸ਼ਨ ਤੇ ਗੋਪੀ ਕ੍ਰਿਸ਼ਨ ਆਦਿਕ ਨੂੰ ਨਹੀਂ ਜਾਣਦਾ। ਜਾਂ ਤੇ ਹੁਣੇ ਮੇਰੇ ਰੁਪਏ ਵਿਆਜ ਸਮੇਤ ਦੇ ਦਿਓ, ਨਹੀਂ ਤਾਂ ਇਸ ਦਸਤਾਵੇਜ਼ ਉੱਤੇ ਦਸਤਖਤ ਕਰਕੇ ਘਰ-ਬਾਰ ਉੱਤੇ ਮੈਨੂੰ ਕਬਜ਼ਾ ਕਰ ਲੈਣ ਦਿਓ। ਜੈਦੇਵ ਜੀ ਤਾਂ ਪੂਰਨ ਨਿਰਇੱਛਤ ਸਨ। ਉਹਨਾਂ ਦੀ ਘਰ-ਬਾਰ ਉੱਤੇ ਰਤੀ ਜਿੰਨੀ ਵੀ ਮਮਤਾ ਨਹੀਂ ਸੀ। ਉਹਨਾਂ ਨੇ ਜਲ ਦਾ ਘੜਾ ਚੁੱਕ ਕੇ ਉਸੇ ਛਿਨ ਵਿੱਚ ਦਸਤਾਵੇਜ਼ ਉੱਤੇ ਸਹੀ ਕਰ ਦਿੱਤੀ। ਨਿਰੰਜਨ ਕਬਜ਼ਾ ਕਰਨ ਦੀ ਤਿਆਰੀ ਕਰਕੇ ਆਇਆ ਹੀ ਸੀ। ਉਸ ਨੇ ਝਾਟੀ ਘਰ ਉੱਤੇ ਕਬਜ਼ਾ ਕਰ ਲਿਆ। ਇੰਨੇ ਵਿੱਚ ਹੀ ਨਿਰੰਜਨ ਦੀ ਛੋਟੀ ਧੀ ਭੱਜਦੀ ਹੋਈ ਆਪਣੇ ਘਰ ਤੋਂ ਆਈ ਤੇ ਨਿਰੰਜਨ ਨੂੰ ਕਹਿਣ ਲੱਗੀ, ਬਾਬਾ ਛੇਤੀ ਚਲੋ, ਘਰ ਵਿੱਚ ਅੱਗ ਮੱਚ ਪਈ ਹੈ, ਸਭ ਕੁਝ ਸੜ ਰਿਹਾ ਹੈ। ਭਗਤ ਜੈਦੇਵ ਜੀ ਵੀ ਉੱਥੇ ਹੀ ਸਨ। ਉਹਨਾਂ ਦੇ ਮਨ ਵਿੱਚ ਹਿੰਸਾ ਦਵੇਸ਼ ਦਾ ਨਾਮ ਨਿਸ਼ਾਨ ਵੀ ਨਹੀਂ ਸੀ। ਨਿਰੰਜਨ ਦੇ ਘਰ ਅੱਗ ਲੱਗ ਗਈ ਹੈ, ਇਹ ਸੁਣ ਕੇ ਹੀ ਉਸੇ ਖਿਨ ਦੌੜੇ ਅਤੇ ਪੜ ਕਰਕੇ ਮਚੀ ਹੋਈ ਅੱਗ ਦੀਆਂ ਲਾਲੋ ਲਾਲ ਲਾਟਾਂ ਦੇ ਵਿੱਚੋਂ ਲੰਘ ਕੇ ਉਸਦੇ ਘਰ ਵਿੱਚ ਚਲੇ ਗਏ। ਜੈਦੇਵ ਦਾ ਘਰ ਵਿੱਚ ਪੈਰ ਪਾਣਾ ਹੀ ਸੀ ਕਿ ਅੱਗ ਉਸੇ ਵੇਲੇ ਲੋਪ ਹੋ ਗਈ। ਭਗਤ ਦੇ ਵਾਸਤੇ ਭਗਵਾਨ ਕੀ ਨਹੀਂ ਕਰ ਸਕਦਾ। ਜੈਦੇਵ ਦੀ ਇਸ ਅਲੌਕਿਕ ਸ਼ਕਤੀ ਨੂੰ ਵੇਖਦੇ ਹੀ ਨਿਰੰਜਨ ਦੀਆਂ ਅੱਖਾਂ ਵਿੱਚੋਂ ਆਂਸੂ ਭਰ ਆਏ। ਆਪਣੀ ਬੁਰੀ ਕਰਤੂਤ ਉੱਤੇ ਪਛਤਾਵਾ ਹੋਇਆ। ਜੈਦੇਵ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਅਤੇ ਉਸ ਦਸਤਾਵੇਜ਼ ਨੂੰ ਪੜ੍ਹ ਕੇ ਕਹਿਣ ਲੱਗਾ, ਦੇਵ, ਮੇਰਾ ਅਪਰਾਧ ਖਿਮਾ ਕਰੋ। ਮੈਂ ਲੋਭਵਸ ਹੋ ਕੇ ਥੋੜ੍ਹੇ ਜਿੰਨੇ ਪੈਸਿਆਂ ਦੇ ਵਾਸਤੇ ਜਾਣ ਬੁੱਝ ਕੇ ਬੇਈਮਾਨੀ ਨਾਲ ਤੁਹਾਡਾ ਘਰ-ਬਾਰ ਖੋਹ ਲਿਆ ਹੈ। ਅੱਜ ਤੁਸੀਂ ਨਾ ਹੁੰਦੇ ਤਾਂ ਮੇਰਾ ਸਾਰਾ ਘਰ ਸੜ ਕੇ ਸੁਆਹ ਦਾ ਢੇਰ ਹੋ ਗਿਆ ਹੁੰਦਾ। ਧੰਨ ਹੋ ਤੁਸੀਂ, ਅੱਜ ਮੈਂ ਭਗਵਤ ਭਗਤ ਦਾ ਪ੍ਰਤਾਪ ਅੱਖੀਂ ਵੇਖ ਲਿਆ ਹੈ। ਉਸੇ ਦਿਨ ਤੋਂ ਨਿਰੰਜਨ ਦਾ ਹਿਰਦਾ ਸ਼ੁੱਧ ਹੋ ਗਿਆ ਅਤੇ ਉਹ ਜੈਦੇਵ ਦੇ ਸੰਗ ਤੋਂ ਲਾਭ ਖੱਟ ਕੇ ਭਗਵਾਨ ਦੇ ਭਜਨ ਕੀਰਤਨ ਵਿੱਚ ਸਮਾਂ ਗੁਜ਼ਾਰਨ ਲੱਗਾ। ਭਗਵਾਨ ਦੀ ਆਪਣੇ ਉੱਤੇ ਇੰਨੀ ਕਿਰਪਾ ਵੇਖ ਕੇ ਜੈਦੇਵ ਦਾ ਹਿਰਦਾ ਦਰਵ ਹੋ ਗਿਆ। ਉਹਨਾਂ ਨੇ ਘਰ-ਬਾਰ ਛੱਡ ਕੇ ਜਗਨਨਾਥਪੁਰੀ ਜਾਣ ਦਾ ਫੈਸਲਾ ਕਰ ਲਿਆ ਅਤੇ ਪਿੰਡ ਦੇ ਪਰਾਸਰ ਨਾਮ ਦੇ ਬ੍ਰਾਹਮਣ ਨੂੰ ਨਾਲ ਲੈ ਕੇ ਉਹ ਪੁਰੀ ਵੱਲ ਤੁਰ ਪਏ। ਇਹਨਾਂ ਕੋਲ ਮੁਸਾਫਰੀ ਦਾ ਲੱਟਾ ਪਟਾ ਤਾਂ ਸੀ ਹੀ ਨਹੀਂ, ਹੈਗਾ ਸੀ ਤਾਂ ਮੂੰਹ ਵਿੱਚ ਹਰੀ ਦਾ ਪਵਿੱਤਰ ਨਾਮ ਅਤੇ ਹਿਰਦੇ ਵਿੱਚ ਉਸ ਦੇ ਸੁੰਦਰ ਦਰਸ਼ਨ ਦੀ ਲਾਲਸਾ। ਇੱਕ ਦਿਨ ਰਸਤੇ ਵਿੱਚ ਜੈਦੇਵ ਨੂੰ ਬਹੁਤ ਦੂਰ ਤੱਕ ਕਿਤੇ ਪਾਣੀ ਨਹੀਂ ਮਿਲਿਆ।
ਗਰਮੀ ਬਹੁਤ ਜ਼ੋਰ ਦੀ ਪੈ ਰਹੀ ਸੀ। ਉਹ ਤੇਹ ਨਾਲ ਘਾਬਰ ਕੇ ਧਰਤੀ ਉੱਤੇ ਡਿੱਗ ਪਏ। ਉਸੇ ਵੇਲੇ ਭਗਤਾਂ ਦੀ ਇੱਛਾ ਪੂਰਨ ਕਰਨ ਵਾਲੇ ਭਗਵਾਨ ਨੇ ਆਪ ਗਵਾਲ ਬਾਲਕ ਦੇ ਰੂਪ ਵਿੱਚ ਆ ਕੇ ਜੈਦੇਵ ਨੂੰ ਕੱਪੜੇ ਨਾਲ ਹਵਾ ਕੀਤੀ ਅਤੇ ਪਾਣੀ ਤੇ ਮਿੱਠਾ ਦੁੱਧ ਪਿਆ ਦਿੱਤਾ। ਉਸ ਦੇ ਮਗਰੋਂ ਰਸਤਾ ਦੱਸ ਕੇ ਉਹਨਾਂ ਨੂੰ ਛੇਤੀ ਹੀ ਪੂਰੀ ਵਿੱਚ ਪਹੁੰਚਾ ਦਿੱਤਾ। ਉਸ ਵੇਲੇ ਤਾਂ ਜੈਦੇਵ ਅਤੇ ਪਰਾਸਰ ਨੇ ਉਸ ਗੋਪਾਲ ਬਾਲ ਰੂਪਧਾਰੀ ਭਗਵਾਨ ਨੂੰ ਨਹੀਂ ਪਛਾਣਿਆ ਸੀ, ਪਰ ਪੂਰੀ ਵਿੱਚ ਉਹਨਾਂ ਨੂੰ ਪਹੁੰਚਾ ਕੇ ਜਦ ਭਗਵਾਨ ਅੰਤਰ ਧਿਆਨ ਹੋ ਗਏ ਅਤੇ ਢੂੰਡਣ ਉੱਤੇ ਵੀ ਜਦ ਕਿਤੇ ਉਹਨਾਂ ਦਾ ਪਤਾ ਨਹੀਂ ਲੱਗਾ, ਤਦ ਜੈਦੇਵ ਜੀ ਨੇ ਉਸ ਨੂੰ ਭਗਵਾਨ ਸਮਝਿਆ। ਉਹ ਬਹੁਤ ਪਛਤਾਏ, ਪਰ ਹੁਣ ਕੀ ਹੋ ਸਕਦਾ ਸੀ। ਜੈਦੇਵ ਜੀ ਪ੍ਰੇਮ ਵਿੱਚ ਮਗਨ ਸਦਾ ਹੀ ਸ਼੍ਰੀ ਕ੍ਰਿਸ਼ਨ ਨਾਮ ਦਾ ਕੀਰਤਨ ਕੀਤਾ ਕਰਦੇ ਸਨ। ਇੱਕ ਦਿਨ ਪ੍ਰੇਮਾਵਸਥਾ ਵਿੱਚ ਅਚਾਨਕ ਉਹਨਾਂ ਨੇ ਵੇਖਿਆ ਮਾਨੋ ਚੌਹੀ ਪਾਸੀ ਨੀਲੇ ਨੀਲੇ ਪਹਾੜਾਂ ਦੀ ਕਤਾਰ ਹੈ। ਹੇਠਾਂ ਕਲ-ਕਲ ਸ਼ਬਦ ਕਰਦੀ ਹੋਈ ਜਮਨਾ ਨਦੀ ਵਗ ਰਹੀ ਹੈ। ਜਮਨਾ ਦੇ ਕੰਢੇ ਉੱਤੇ ਕਦਮ ਬ੍ਰਿਛ ਦੇ ਹੇਠਾਂ ਖੜੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮੁਰਲੀ ਹੱਥ ਵਿੱਚ ਫੜ ਕੇ ਮੁਸਕਰਾ ਰਹੇ ਹਨ। ਇਹ ਨਜ਼ਾਰਾ ਵੇਖਦੇ ਹੀ ਜੈਦੇਵ ਜੀ ਦੇ ਮੂੰਹੋਂ ਅਚਾਨਕ ਹੀ ਮੈਂ ਕੈਰ ਮਧੁਰ ਮੰਬਰੰਗ ਸਿਆਮਾ ਤਮਾਲ ਦ੍ਰਮੈ ਗੀਤ ਨਿਕਲ ਪਿਆ। ਪਰਾਸ਼ਰ ਇਸ ਮਧੁਰ ਗੀਤ ਨੂੰ ਸੁਣ ਕੇ ਮੁਗਧਾ ਜਿਹਾ ਹੋ ਗਿਆ। ਬਸ ਇੱਥੋਂ ਹੀ ਲਲਿਤ ਮਧੁਰ ਗੀਤ ਗੋਬਿੰਦ ਦਾ ਆਰੰਭ ਹੋਇਆ ਹੈ। ਕਹਿੰਦੇ ਹਨ ਇੱਥੇ ਹੀ ਜੈਦੇਵ ਜੀ ਨੂੰ ਭਗਵਾਨ ਦੇ 10 ਅਵਤਾਰਾਂ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਉਹਨਾਂ ਨੇ ਜੈ ਜਗਦੀਸ਼ ਹਰੇ ਦੀ ਧੁਨ ਉਚਾਰ ਕੇ 10 ਅਵਤਾਰਾਂ ਦੀ ਕ੍ਰਮਾਨੁਸਾਰ ਉਸਤਤ ਗਾਵੀ। ਕੁਝ ਸਮੇਂ ਮਗਰੋਂ ਜਦੋਂ ਉਹਨਾਂ ਨੂੰ ਬਾਹਰਲਾ ਗਿਆਨ ਹੋਇਆ ਤਦ ਵੇਖਿਆ ਕਿ ਇਹ ਤਾਂ ਬ੍ਰਿੰਦਾਵਨ ਨਹੀਂ ਹੈ, ਸਾਹਮਣੇ ਅਥਾਹ ਸਮੁੰਦਰ ਹੈ। ਜੈਦੇਵ ਨੇ ਅਨੰਤ ਜਗਤ ਵਿੱਚ ਸਭ ਜਗ੍ਹਾ ਵਿੱਚ ਫੈਲੇ ਹੋਏ ਵਿਸ਼ਟ ਰੂਪ ਭਗਵਾਨ ਨੂੰ ਪਛਾਣ ਕੇ ਉਹਨਾਂ ਦੀ ਉਸਤਤ ਕੀਤੀ। ਫਿਰ ਪਰਾਸ਼ਰ ਨੂੰ ਨਾਲ ਲੈ ਕੇ ਉਹ ਭਗਵਾਨ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਕਰਨ ਚੱਲੇ। ਭਗਵਾਨ ਦੇ ਦਰਸ਼ਨ ਪ੍ਰਾਪਤ ਕਰਕੇ ਜੈਦੇਵ ਜੀ ਪਰਮ ਪ੍ਰਸੰਨ ਹੋਏ। ਉਹਨਾਂ ਦਾ ਹਿਰਦਾ ਆਨੰਦ ਨਾਲ ਭਰ ਗਿਆ। ਉਹ ਪੁਰਖੋਤਮ ਖੇਤਰਪੁਰੀ ਵਿੱਚ ਇੱਕ ਵਿਰਕਤ ਸੰਨਿਆਸੀ ਦੀ ਤਰ੍ਹਾਂ ਰਹਿਣ ਲੱਗੇ। ਉਹਨਾਂ ਦਾ ਕੋਈ ਖਾਸ ਸਥਾਨ ਮੁਕਰਰ ਨਹੀਂ ਸੀ। ਅਕਸਰ ਉਹ ਦਰਖਤ ਦੇ ਹੇਠਾਂ ਹੀ ਰਿਹਾ ਕਰਦੇ ਸਨ ਅਤੇ ਭਿੱਖਿਆ ਦੇ ਅੰਨ ਨਾਲ ਉਦਰ ਪੂਰਨਾ ਕੀਤਾ ਕਰਦੇ ਸਨ। ਦਿਨ ਰਾਤ ਪ੍ਰਭੂ ਦਾ ਧਿਆਨ, ਸਿਮਰਨ ਅਤੇ ਗੁਣ ਕੀਰਤਨ ਦਾ ਕਰਨਾ ਹੀ ਉਹਨਾਂ ਦੇ ਜੀਵਨ ਦਾ ਇੱਕੋ ਇੱਕ ਕੰਮ ਸੀ। ਸੁਦੇਵ ਨਾਮ ਦਾ ਇੱਕ ਬ੍ਰਾਹਮਣ ਪੁਰੀ ਵਿੱਚ ਰਹਿੰਦਾ ਸੀ। ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਇਸਤਰੀ ਦੀ ਸਲਾਹ ਨਾਲ ਸੁਦੇਵ ਨੇ ਭਗਵਾਨ ਸ਼੍ਰੀ ਜਗਨਨਾਥ ਜੀ ਤੋਂ ਪੁੱਤਰ ਦੀ ਯਾਚਨਾ ਕੀਤੀ ਅਤੇ ਕਿਹਾ, ਸਾਡੇ ਘਰ ਜੋ ਪਹਿਲੀ ਸੰਤਾਨ ਹੋਵੇਗੀ ਉਸ ਨੂੰ ਅਸੀਂ ਆਪ ਦੀ ਸੇਵਾ ਵਿੱਚ ਭੇਟ ਕਰ ਦੇਵਾਂਗੇ। ਭਗਵਾਨ ਦੀ ਕਿਰਪਾ ਨਾਲ ਥੋੜ੍ਹੇ ਚਿਰ ਮਗਰੋਂ ਉਸ ਦੇ ਘਰ ਇੱਕ ਲੜਕੀ ਪੈਦਾ ਹੋਈ। ਕੰਨਿਆ ਦਾ ਨਾਮ ਪਦਮਾਵਤੀ ਰੱਖਿਆ। ਜਦ ਉਹ 12-13 ਵਰ੍ਹੇ ਦੀ ਹੋਈ ਤਦ ਸ਼ਰਧਾਲੂ ਮਾਤਾ ਪਿਤਾ ਨੇ ਉਸ ਨੂੰ ਸ਼੍ਰੀ ਜਗਨਨਾਥ ਜੀ ਦੇ ਭੇਟ ਕਰ ਦੇਣਾ ਚਾਹਿਆ। ਰਾਤ ਨੂੰ ਭਗਵਾਨ ਸ਼੍ਰੀ ਜਗਨਨਾਥ ਜੀ ਨੇ ਸੁਪਨੇ ਵਿੱਚ ਉਹਨਾਂ ਨੂੰ ਆਗਿਆ ਦਿੱਤੀ ਕਿ ਪਦਮਾਵਤੀ ਨੂੰ ਮੈਂ ਕਬੂਲ ਕਰ ਲਿਆ ਹੈ। ਹੁਣ ਮੇਰੀ ਆਗਿਆ ਨਾਲ ਇਸ ਦਾ ਵਿਆਹ ਪੁਰੀ ਵਿੱਚ ਆਣ ਕੇ ਵਸੇ ਹੋਏ ਮੇਰੇ ਪਰਮ ਭਗਤ ਜੈਦੇਵ ਨਾਲ ਕਰ ਦੇਵੋ। ਭਗਵਾਨ ਦੀ ਆਗਿਆ ਪਾ ਕੇ ਬ੍ਰਾਹਮਣ ਦੰਪਤੀ ਕੰਨਿਆ ਨੂੰ ਨਾਲ ਲੈ ਕੇ ਤੁਰੇ ਅਤੇ ਬ੍ਰਿਛ ਹੇਠਾਂ ਬੈਠ ਕੇ ਹਰੀ ਕੀਰਤਨ ਕਰਦੇ ਹੋਏ ਜੈਦੇਵ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਹੈ ਮਹਾਰਾਜ ਮੇਰੀ ਕੰਨਿਆ ਗ੍ਰਹਿਣ ਕਰੋ। ਜੈਦੇਵ ਜੀ ਨੇ ਬੜੇ ਹੀ ਹੈਰਾਨ ਹੋ ਕੇ ਦੀਨ ਭਾਵ ਨਾਲ ਉੱਤਰ ਦਿੱਤਾ, ਬ੍ਰਾਹਮਣ ਦੇਵਤਾ ਆਪ ਜਰਾ ਵਿਚਾਰ ਕਰੋ, ਮੈਂ ਘਰ ਘਾਟ ਤੋਂ ਹੀਣਾ ਅਨਾਥ ਹਾਂ ਅਤੇ ਗ੍ਰਸਤ ਦੀ ਇੱਛਾ ਤੋਂ ਵੀ ਰਹਿਤ ਹਾਂ। ਜਿਸ ਨੂੰ ਤੁਸੀਂ ਇਸ ਲੜਕੀ ਦੇ ਯੋਗ ਅਧਿਕਾਰੀ ਵੇਖਦੇ ਹੋ, ਜੋ ਧਨ ਸੰਪਦਾ ਦੇ ਵਿਸਥਾਰ ਵਾਲਾ ਹੈ, ਅਜਿਹਾ ਕੋਈ ਸੁਯੋਗ ਵਰ ਵੇਖ ਕੇ ਇਹ ਸੁਕੁਮਾਰੀ ਉਸ ਨੂੰ ਦੇ ਦੇਵੋ। ਅੱਗੋਂ ਉਸ ਦੰਪਤੀ ਨੇ ਕਿਹਾ, ਸ਼੍ਰੀ ਭਗਵਾਨ ਪੁਰਖੋਤਮ ਜੀ ਦੀ ਆਗਿਆ ਹੋਈ ਹੈ, ਆਪ ਨੂੰ ਵੀ ਭਗਵਾਨ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਨ ਕਰਨਾ ਚਾਹੀਦਾ ਹੈ। ਇਸ ਲਈ ਦਿਆਲ ਹੋਵੋ ਅਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਨਹੀਂ ਤਾਂ ਮੈਨੂੰ ਅਤੇ ਆਪ ਨੂੰ ਵੀ ਪ੍ਰਭੂ ਦੀ ਆਗਿਆ ਦਾ ਉਲੰਘਣ ਕਰਨ ਦਾ ਮਹਾਪਾਪ ਹੋਵੇਗਾ। ਅੱਗੋਂ ਜੈਦੇਵ ਜੀ ਨੇ ਫਿਰ ਕਿਹਾ, ਮਹਾਰਾਜ ਜਰਾ ਆਪ ਵਿਚਾਰ ਕੇ ਤਾਂ ਵੇਖੋ, ਭਗਵਾਨ ਜਗਨਨਾਥ ਨੂੰ ਹਜ਼ਾਰਾਂ ਦਾਸੀਆਂ ਸੋਭ ਸਕਦੀਆਂ ਹਨ,
ਪਰ ਮੈਂ ਅਨਾਥ ਕੰਗਾਲ ਮੰਗਤੇ ਵਾਸਤੇ ਇੱਕ ਇਸਤਰੀ ਵੀ ਪਹਾੜ ਸਮਾਨ ਮਾਲੂਮ ਹੁੰਦੀ ਹੈ। ਮੈਂ ਇਸ ਨੂੰ ਕਿਸੇ ਤਰ੍ਹਾਂ ਵੀ ਗ੍ਰਹਿਣ ਨਹੀਂ ਕਰ ਸਕਦਾ। ਇਸ ਲਈ ਤੁਸੀਂ ਮੁੜ ਜਾਓ, ਇਸ ਨੂੰ ਭਗਵਾਨ ਦੇ ਮੰਦਰ ਪਰ ਹੀ ਭੇਟ ਚੜਾਓ। ਇਸ ਵਿੱਚ ਤੁਹਾਡਾ ਹੀ ਨੁਕਸਾਨ ਹੈ। ਸਗੋਂ ਉੱਥੇ ਭੇਟਾ ਦੇਣ ਨਾਲ ਤੁਹਾਡਾ ਅਤੇ ਇਸ ਸੁਕੁਮਾਰੀ ਦਾ ਭਲਾ ਹੈ। ਬ੍ਰਾਹਮਣ ਦੰਪਤੀ ਨੇ ਕਿਹਾ, ਹਾਂ, ਅਸੀਂ ਭਗਵਾਨ ਦੀ ਆਗਿਆ ਦਾ ਉਲੰਘਣ ਨਹੀਂ ਕਰ ਸਕਦੇ, ਇਸ ਲਈ ਅਸੀਂ ਇਹ ਲੜਕੀ ਆਪ ਨੂੰ ਦੇ ਚੁੱਕੇ ਹਾਂ। ਫਿਰ ਪੁੱਤਰੀ ਨੂੰ ਕਿਹਾ, ਤੇਰੇ ਇਹੀ ਪਤੀ ਦੇਵ ਹਨ, ਤੂੰ ਇਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਹੈ। ਜਿੱਥੇ ਇਹ ਰਹਿਣ ਉੱਥੇ ਹੀ ਤੂੰ ਰਹਿਣਾ ਹੈ। ਬੱਚਾ, ਅੱਜ ਤੱਕ ਅਸੀਂ ਤੇਰੀ ਪਾਲਣਾ ਕਰਦੇ ਰਹੇ ਹਾਂ, ਪਰ ਜਗਤ ਸਿਰਤਾਜ ਦੀ ਆਗਿਆ ਸਾਥੋਂ ਮੋੜੀ ਨਹੀਂ ਜਾ ਸਕਦੀ। ਅਸੀਂ ਆਗਿਆ ਦੇ ਵਸ ਲਾਚਾਰ ਹੋ ਕੇ ਤੈਨੂੰ ਇੱਥੇ ਛੱਡ ਕੇ ਜਾਂਦੇ ਹਾਂ। ਇੰਨਾ ਕਹਿ ਕੇ ਬ੍ਰਾਹਮਣ ਦੰਪਤੀ ਕੁਝ ਕੁ ਰੇਖ ਜਿਹੇ ਨਾਲ ਉੱਠ ਕੇ ਤੁਰੇ। ਜੈਦੇਵ ਜੀ ਨੇ ਉਹਨਾਂ ਨੂੰ ਬਥੇਰਾ ਰੋਕਣਾ ਚਾਹਿਆ, ਪਰ ਉਹ ਨਾ ਰੁਕੇ ਅਤੇ ਚਲੇ ਹੀ ਗਏ। ਉਹਨਾਂ ਦੇ ਜਾਣ ਮਗਰੋਂ ਜੈਦੇਵ ਜੀ ਨੂੰ ਭਾਰੀ ਸੋਚ ਪੈ ਗਈ। ਹੇ ਮਨ, ਤੂੰ ਹੀ ਹੁਣ ਸੋਚ ਸਮਝ ਜੋ ਕੀ ਕਰਨਾ ਚਾਹੀਦਾ ਹੈ। ਫਿਰ ਉਸ ਬ੍ਰਾਹਮਣ ਪੁੱਤਰੀ ਨੂੰ ਕਹਿਣ ਲੱਗੇ, ਦੇਵੀ, ਤੂੰ ਹੀ ਵਿਚਾਰ ਕੇ ਵੇਖ, ਮੈਂ ਕੰਗਾਲ ਮੰਗਤਾ ਤੇਰੀ ਪਾਲਣਾ ਕਰਨ ਤੋਂ ਹਰ ਤਰ੍ਹਾਂ ਨਾਲ ਅਸਮਰਥ ਹਾਂ। ਮੈਥੋਂ ਕਿਸੇ ਤਰ੍ਹਾਂ ਵੀ ਤੇਰੀ ਸੰਭਾਲ ਨਹੀਂ ਹੋ ਸਕਦੀ। ਤੂੰ ਆਪਣੇ ਮਾਤਾ ਪਿਤਾ ਨਾਲ ਕਿਉਂ ਨਹੀਂ ਚਲੀ ਜਾਂਦੀ? ਅੱਗੋਂ ਉਸਨੇ ਸਨਿਮਰ ਪ੍ਰਾਰਥਨਾ ਕੀਤੀ, ਸੁਆਮੀ ਜੀ, ਮੇਰਾ ਕੋਈ ਜ਼ੋਰ ਮਾਪਿਆਂ ਨਾਲ ਨਹੀਂ ਟੁਰਦਾ। ਉਹ ਮੈਨੂੰ ਆਪ ਜੀ ਦੇ ਚਰਨਾਂ ਵਿੱਚ ਭੇਟ ਦੇ ਗਏ ਹਨ। ਹੁਣ ਆਪ ਜੋ ਚਾਹੋਗੇ ਉਹੀ ਹੋਵੇਗਾ। ਮੈਂ ਆਪਣਾ ਤਨ ਮਨ ਆਪ ਜੀ ਤੋਂ ਕੁਰਬਾਨ ਕਰ ਦਿੱਤਾ ਹੈ। ਜਦ ਜੈਦੇਵ ਜੀ ਨੇ ਇਹ ਗੱਲ ਜਾਣ ਲਈ ਕਿ ਪਦਮਾਵਤੀ ਦੇ ਮਨ ਵਿੱਚ ਮੇਰੇ ਲਈ ਅਤਿਅੰਤ ਪ੍ਰੀਤੀ ਹੋ ਗਈ ਹੈ, ਤਾਂ ਉਸ ਨੂੰ ਇਸਤਰੀ ਰੂਪ ਕਰਕੇ ਗ੍ਰਹਿਣ ਕੀਤਾ ਅਤੇ ਇਹ ਨਿਸ਼ਚਾ ਕਰ ਲਿਆ ਕਿ ਪ੍ਰਭੂ ਦਾ ਪ੍ਰਬਲ ਹੁਕਮ ਮੈਥੋਂ ਮੋੜਿਆ ਨਹੀਂ ਜਾ ਸਕਦਾ। ਇਸ ਲਈ ਜਿਸ ਘਰ ਦਾ ਤਿਆਗ ਕਰ ਦਿੱਤਾ ਸੀ, ਹੁਣ ਉਸੇ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਅਜਿਹਾ ਵਿਚਾਰ ਕਰਕੇ ਆਪਣੇ ਘਰ ਚਲੇ ਗਏ ਅਤੇ ਉੱਥੇ ਜਾ ਕੇ ਇੱਕ ਨਵੀਂ ਝੌਂਪੜੀ ਬਣਾ ਕੇ ਉਸ ਵਿੱਚ ਵਸਣ ਦਾ ਖਿਆਲ ਕੀਤਾ। ਜਦ ਪ੍ਰੇਮੀਆਂ ਦੀ ਸਹਾਇਤਾ ਨਾਲ ਝੌਂਪੜੀ ਤਿਆਰ ਹੋ ਗਈ, ਸੇਵਾ ਕਰਨ ਵਾਸਤੇ ਇੱਕ ਭਗਵਾਨ ਕ੍ਰਿਸ਼ਨ ਜੀ ਦੀ ਪ੍ਰਤਿਮਾ ਲਿਆਂਦੀ, ਕਿਉਂਕਿ ਗੀਤਾ ਵਿੱਚ ਭਗਵਾਨ ਨੇ ਕਿਹਾ ਹੈ ਕਿ ਜੋ ਗ੍ਰਸਤੀ ਯੱਗ ਦਾ ਪ੍ਰਸ਼ਾਦ ਤੇ ਸੰਤਾਂ ਦਾ ਪ੍ਰਸ਼ਾਦ ਛਕਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਅਤੇ ਜੋ ਕੇਵਲ ਆਪਣੇ ਲਈ ਹੀ ਪਕਾਉਂਦਾ ਹੈ, ਉਹ ਪਾਪਾਂ ਦਾ ਭੋਜਨ ਕਰਦਾ ਹੈ। ਇਸ ਲਈ ਹਰੇਕ ਗ੍ਰਸਤੀ ਦਾ ਧਰਮ ਹੈ ਕਿ ਘਰ ਵਿੱਚ ਪੱਕਿਆ ਅੰਨ ਪਹਿਲੋਂ ਪ੍ਰਭੂ ਦੇ ਅਰਪਣ ਕਰੇ ਅਤੇ ਭੋਗ ਲਵਾਏ, ਫਿਰ ਅਤਿਥੂ ਅਪਿਆਗਤ ਸੰਤ ਜਾਂ ਪ੍ਰਾਹੁਣੇ ਆਦਿਕ ਨੂੰ ਛਕਾ ਕੇ ਇਹਨਾਂ ਤੋਂ ਮਗਰੋਂ ਆਪ ਛਕੇ। ਚੂੰਕਿ ਜੈਦੇਵ ਜੀ ਹੁਣ ਗ੍ਰਹਸਥੀ ਹੋ ਗਏ ਹਨ, ਇਸ ਲਈ ਹਰ ਰੋਜ਼ ਪ੍ਰਭੂ ਨੂੰ ਭੋਗ ਲਵਾਉਣ ਵਾਸਤੇ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਘਰ ਲੈ ਆਂਦੀ ਅਤੇ ਉਸ ਦੀ ਸੇਵਾ ਪਦਮਾਵਤੀ ਦੇ ਸਪੁਰਦ ਹੋਈ। ਪਦਮਾਵਤੀ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਭਗਵਾਨ ਕ੍ਰਿਸ਼ਨ ਚੰਦ ਯੁਗਲ ਸਰਕਾਰ ਅਤੇ ਪਤੀ ਪਰਮੇਸ਼ਰ ਦੀ ਸੇਵਾ ਭਗਤੀ ਕਰਨ ਲੱਗੀ ਅਤੇ ਜੈਦੇਵ ਭਗਤ ਜੀ ਵੀ ਜਗਤਰ ਜਲ ਪਦਮ ਵਿਚਾਰ ਵਾਂਗੂ ਘਰ ਵਿੱਚ ਰਹਿੰਦੇ ਹੋਏ ਵੀ ਸਭ ਤੋਂ ਨਿਰਲੇਪ ਰਹਿਣ ਲੱਗੇ। ਇਹ ਤਾਂ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਜੈਦੇਵ ਜੀ ਨੂੰ ਜਗਨਨਾਥਪੁਰੀ ਵਿੱਚ ਹੀ ਬ੍ਰਿੰਦਾਵਨ ਦੀ ਝਾਕੀ ਨਜ਼ਰ ਆਈ, ਤਾਂ ਆਪ ਦੇ ਮੂੰਹੋਂ ਬੇਸਵਾ ਹੀ ਇੱਕ ਗੀਤ ਉਚਾਰਨ ਹੋ ਗਿਆ। ਆਪ ਜੀ ਦੇ ਮੂੰਹੋਂ ਬੇਵਸਾ ਹੀ ਇੱਕ ਗੀਤ ਉਚਾਰਨ ਹੋ ਗਿਆ। ਅਸਲ ਵਿੱਚ ਤਾਂ ਉਸੇ ਦਿਨ ਤੋਂ ਹੀ ਗੀਤ ਗੋਬਿੰਦ ਦੀ ਰਚਨਾ ਆਰੰਭ ਹੋ ਗਈ, ਪਰ ਜਦੋਂ ਆਪ ਘਰ ਵਿੱਚ ਰਹਿਣ ਲੱਗੇ ਤਾਂ ਆਪ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਇੱਕ ਗੋਬਿੰਦ ਜੀ ਦੇ ਗੀਤਾਂ ਦਾ ਪੁਸਤਕ ਬਣਾਇਆ ਜਾਏ। ਇਸੇ ਕਾਰਨ ਉਸ ਦਾ ਨਾਮ ਵੀ ਗੀਤ ਗੋਬਿੰਦ ਰੱਖਿਆ ਤੇ ਇਹੋ ਹੀ ਪ੍ਰਸਿੱਧ ਹੋ ਗਿਆ। ਹੁਣ ਬੜੇ ਪ੍ਰੇਮ ਨਾਲ ਜੈਦੇਵ ਜੀ ਹਰ ਰੋਜ਼ ਨਵੇਂ ਤੋਂ ਨਵੇਂ ਗੀਤ ਰਚਦੇ ਅਤੇ ਆਪਣੇ ਭਾਵਨ ਰੂਪ ਪ੍ਰਭੂ ਦੇ ਗੁਣ ਗਾਉਂਦੇ ਹੋਏ ਪੁਸਤਕ ਨੂੰ ਪੂਰਾ ਕਰੀ ਜਾਂਦੇ। ਇੱਕ ਪ੍ਰਕਰਨ ਵਾਸ ਰਾਧਿਕਾ ਦੇ ਮਾਨ ਦੀ ਕਥਾ ਦਾ ਵਰਣਨ ਕਰਨ ਲੱਗੇ। ਇੱਕ ਕਵਿਤਾ ਲਿਖ ਰਹੇ ਸਨ, ਪਰ ਉਹ ਪੂਰੀ ਨਹੀਂ ਸੀ ਹੋ ਸਕਦੀ। ਪਦਮਾਵਤੀ ਨੇ ਕਿਹਾ, ਸੁਆਮੀ ਜੀ, ਇਸ਼ਨਾਨ ਦਾ ਵੇਲਾ ਹੋ ਗਿਆ ਹੈ, ਹੁਣ ਲਿਖਣਾ ਬੰਦ ਕਰਕੇ ਇਸ਼ਨਾਨ ਕਰ ਆਓ ਤਾਂ ਠੀਕ ਹੈ। ਜੈਦੇਵ ਨੇ ਕਿਹਾ, ਪਦਮਾ, ਜਾਂਦਾ ਹਾਂ, ਪਰ ਕੀ ਕਰਾਂ, ਮੈਂ ਇੱਕ ਗੀਤ ਬਣਾ ਰਿਹਾ ਹਾਂ,
ਪਰ ਉਸ ਦਾ ਅੰਤਲਾ ਚਰਨ ਠੀਕ ਨਹੀਂ ਜੁੜਦਾ। ਜਰਾ ਤੂੰ ਹੀ ਸੁਣੇ ਨਾ। ਜਦ ਪਦਮਾਵਤੀ ਨੇ ਸੁਣਿਆ ਤੇ ਇਸ ਦੇ ਮਗਰੋਂ ਕਿਹਾ ਕਿ ਦੱਸ ਹੁਣ ਕੀ ਲਿਖਾਂ, ਕੁਝ ਨਹੀਂ ਔੜਦਾ। ਪਦਮਾਵਤੀ ਨੇ ਕਿਹਾ ਇਸ ਵਿੱਚ ਘਬਰਾਉਣ ਦੀ ਕਿਹੜੀ ਗੱਲ ਹੈ, ਗੰਗਾ ਇਸ਼ਨਾਨ ਤੋਂ ਮੁੜ ਕੇ ਆਣ ਕੇ ਬਾਕੀ ਦਾ ਪਦ ਲਿਖ ਲੈਣਾ। ਇਹ ਸੁਣ ਕੇ ਜੈਦੇਵ ਜੀ ਨੇ ਕਿਹਾ ਚੰਗਾ, ਐਵੇਂ ਹੀ ਕਰਾਂਗਾ। ਪੁਸਤਕ ਅਤੇ ਕਲਮ ਦੁਆਤ ਨੂੰ ਚੁੱਕ ਕੇ ਰੱਖ ਦਿਓ, ਮੈਂ ਇਸ਼ਨਾਨ ਕਰਕੇ ਆਂਦਾ ਹਾਂ। ਇੰਨਾ ਕਹਿ ਕੇ ਜੈਦੇਵ ਜੀ ਇਸ਼ਨਾਨ ਕਰਨ ਚਲੇ ਗਏ। ਕੁਛ ਹੀ ਮਿੰਟਾਂ ਮਗਰੋਂ ਜੈਦੇਵ ਦਾ ਰੂਪ ਧਾਰ ਕੇ ਭਗਵਾਨ ਜੀ ਆਪ ਭਗਵਾਨ ਕ੍ਰਿਸ਼ਨ ਚੰਦ ਜੀ ਆ ਗਏ ਅਤੇ ਕਹਿਣ ਲੱਗੇ ਪਦਮਾ ਜਰਾ ਗੀਤ ਗੋਵਿੰਦ ਦੇ ਲਿਆ ਦੇਈ। ਪਦਮਾਵਤੀ ਨੇ ਹੈਰਾਨ ਹੋ ਕੇ ਪੁੱਛਿਆ ਆਪ ਇਸ਼ਨਾਨ ਕਰਨ ਚੱਲੇ ਸੀ ਨਾ, ਰਾਹ ਵਿੱਚੋਂ ਹੀ ਕਿਵੇਂ ਮੁੜ ਆਏ ਹੋ? ਛਲ ਸਰੂਪੀ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਰਾਹ ਵਿੱਚ ਹੀ ਅੰਤਲਾ ਪਦ ਯਾਦ ਆ ਗਿਆ ਹੈ ਮੈਨੂੰ, ਇਸੇ ਕਰਕੇ ਮੁੜ ਆਇਆ ਹਾਂ। ਪਦਮਾਵਤੀ ਨੇ ਪੁਸਤਕ ਅਤੇ ਕਲਮ ਦੁਆਤ ਲਿਆ ਦਿੱਤੀ ਅਤੇ ਆਪ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਪੰਕਤੀਆਂ ਪੂਰੀਆਂ ਕੀਤੀਆਂ ਤੇ ਗੀਤ ਪੂਰਨ ਕੀਤਾ। ਸਾਰੇ ਹੀ ਆਖ ਲਈਏ ਧੰਨ ਧੰਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ, ਆਪਣੇ ਭਗਤਾਂ ਦੀ ਸਹਾਇਤਾ ਕਰਨ ਵਾਲੇ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।